everyone. I hope you all are enjoying your study of plus 2 class. It is great feeling now. So once more I am here for you with another video lesson. Today we will discuss your second poem on friendship written by Khalil Gibran from your Journal English book A Rainbow of English. So let's check ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੀ ਕਵਰ ਕਰਨ ਜਾ ਰਹੇ ਹਾਂ। ਸਟੈਂਜਾ ਕਰਾਂਗੇ, ਸਾਰੇ ਸਮਰੀ ਕਰਾਂਗੇ, ਮਾਈਂਡ ਮੈਪ ਦੇਖਾਂਗੇ, ਸੈਂਟਰਲ ਆਈਡੀਆ ਕਰਾਂਗੇ, ਠੀਕ ਹੈ। ਸੋ ਥੋੜ੍ਹੀਆਂ ਜਿਹੀਆਂ ਕੋਟੇਸ਼ਨਸ ਵੀ ਦੇਖਾਂਗੇ ਔਨ ਫਰੈਂਡਸ਼ਿਪ ਦੇ ਟੌਪਿਕ 'ਤੇ, ਠੀਕ ਹੈ। ਸੋ ਲੈਟਸ ਸਟਾਰਟ। ਫਸਟ ਆਫ ਆਲ ਹੁਣ ਇਹ ਜਿਹੜੀ ਤੁਹਾਨੂੰ ਇੱਥੇ ਪਿਕਚਰ ਦਿਖ ਰਹੀ ਆ ਦਾ ਪ੍ਰੋਂਪਟ ਖਲੀਲ ਜਿਬਰਾਨ ਦੁਆਰਾ ਲਿਖੀ ਬੁੱਕ ਦੀਆਂ ਇਹ ਪਿਕਚਰਸ ਨੇ ਅਲੱਗ-ਅਲੱਗ। ਇਹ ਅਲੱਗ-ਅਲੱਗ ਪਿਕਚਰਸ ਕਿਉਂ ਨੇ? ਜਿਹੜੀ ਇਹ ਬੁੱਕ ਹੈ ਨਾ ਬੇਟਾ ਦਾ ਪ੍ਰੋਂਪਟ ਖਲੀਲ ਜਿਬਰਾਨ ਦੀ ਲਿਖੀ ਹੋਈ, ਫਸਟ ਟਾਈਮ ਇਹ ਪਬਲਿਸ਼ ਹੋਈ ਸੀ 1923 ਦੇ ਵਿੱਚ। ਅਤੇ ਜਦੋਂ ਇਹ ਪ੍ਰਕਾਸ਼ਿਤ ਹੋਈ ਅਤੇ ਬਹੁਤ ਜਿਹੜਾ ਰਾਈਟਰ ਆ ਫੇਮਸ ਔਰ ਪੋਪੂਲਰ ਹੋ ਗਿਆ। ਬਹੁਤ ਪੜ੍ਹੀ ਜਾਣ ਵਾਲੀ ਬੁੱਕ ਹੈ ਇਹ। ਸੋ ਇਹਦੇ ਬਹੁਤ ਸਾਰੇ ਐਡੀਸ਼ਨਸ ਆਏ। ਇਹ ਜਿੰਨੀਆਂ ਵੀ ਐਡੀਸ਼ਨ ਆਉਂਦੇ ਨੇ ਤੁਹਾਨੂੰ ਪਤਾ, ਜਦੋਂ ਨਵਾਂ ਐਡੀਸ਼ਨ ਆਉਂਦਾ ਬੁੱਕ ਦਾ ਤਾਂ ਉਹਦਾ ਟਾਈਟਲ ਕਵਰ ਆ ਜਿਹੜਾ ਚੇਂਜ ਕਰ ਦਿੱਤਾ ਜਾਂਦਾ। ਸੋ ਬਹੁਤ ਸਾਰੇ ਟਾਈਟਲ ਕਵਰਸ ਨਾਲ ਤੁਹਾਨੂੰ ਇਹ ਬੁੱਕ ਵੇਖਣ ਨੂੰ ਮਿਲੂਗੀ, ਠੀਕ ਹੈ। ਉਹਦੇ ਵਿੱਚੋਂ ਲਈ ਗਈ ਆ ਜਿਹੜੀ ਤੁਹਾਡੀ ਪੋਇਮ ਔਨ ਫਰੈਂਡਸ਼ਿਪ। ਇੱਕ ਸਧਾਰਨ ਜਿਹੀ ਕਵਿਤਾ ਲੱਗਦੀ ਹੈ ਦੇਖਣ ਨੂੰ, ਬਟ ਇਹਦੇ ਵਿੱਚ ਜਿਹੜਾ ਲੇਖਕ ਆ ਉਹਨੇ ਮਿੱਤਰਤਾ ਦੇ ਗੁਣਾਂ ਦਾ, ਉਹਦੇ ਲਾਭਾਂ ਦੀ ਤਾਰੀਫ ਕੀਤੀ ਹੈ, ਗੁਣਗਾਨ ਕੀਤਾ, ਦੱਸਿਆ ਕਿ ਇੱਕ ਸੱਚਾ ਮਿੱਤਰ ਕਿਹੋ ਜਿਹਾ ਹੁੰਦਾ। ਇਸ ਤੋਂ ਪਹਿਲਾਂ ਅਸੀਂ ਪੋਇਮ ਵੱਲ ਵਧੀਏ। ਇੱਥੇ ਇੱਕ ਚੀਜ਼ ਹੋਰ ਸਿੱਖਣ ਵਾਲੀ ਆ। ਪਹਿਲਾਂ ਤਾਂ ਆਪਾਂ ਰਾਈਟਰ ਅਤੇ ਪੋਇਮ ਦਾ ਨਾਂ ਤਾਂ ਕਲੀਅਰ ਹੋ ਗਿਆ, ਔਨ ਫਰੈਂਡਸ਼ਿਪ, ਠੀਕ ਆ। ਰਾਈਟਰ ਕੌਣ ਆ? ਖਲੀਲ ਜਿਬਰਾਨ। ਸਪੈਲਿੰਗਾਂ ਵੱਲ ਧਿਆਨ ਦਿਓ, KAHLIL, ਖਲੀਲ, GIBRAN। ਹੁਣ ਇਹ ਗਿਬਰਾਨ ਨਹੀਂ ਹੈਗਾ, ਜਿਬਰਾਨ ਆ, ਠੀਕ ਹੈ। ਜੀ ਆ ਇੱਥੇ ਗੱਗੇ ਦੀ ਸਾਊਂਡ ਨਹੀਂ ਦੇ ਰਹੀ, ਜੱਜੇ ਦੀ ਦੀ ਸਾਊਂਡ ਦੇ ਰਹੀ ਆ। ਉਹ ਕਿਉਂ? ਇਹ ਵੀ ਆਪਾਂ ਸਿੱਖ ਲਈਏ। ਮੈਨੂੰ ਪਤਾ ਤੁਹਾਡੇ 'ਚੋਂ ਬਹੁਤਿਆਂ ਨੂੰ ਹੋ ਸਕਦਾ ਇਹ ਪਤਾ ਹੋਵੇ, ਹੈ ਨਾ, ਬਟ ਜਿਨ੍ਹਾਂ ਨੂੰ ਨਹੀਂ ਪਤਾ ਆਪਾਂ ਉਹਨਾਂ ਨੂੰ ਵੀ ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦਈਏ। ਇਹਦਾ ਰੂਲ ਕੀ ਹੈ ਇਹਦੇ ਪਿੱਛੇ? ਜੀ ਆ ਜਿਹੜੀ ਦੋ ਤਰ੍ਹਾਂ ਦੀ ਸਾਊਂਡਸ ਪ੍ਰੋਡਿਊਸ ਕਰਦੀ ਹੈ, ਇੱਕ ਸੌਫਟ ਸਾਊਂਡ, ਇੱਕ ਹਾਰਡ ਸਾਊਂਡ। ਜਦੋਂ ਹਾਰਡ ਸਾਊਂਡ ਪ੍ਰੋਡਿਊਸ ਕਰਦੀ ਹੈ ਤਾਂ ਗ ਦੀ ਆਵਾਜ਼ ਆਉਂਦੀ ਆ, ਠੀਕ ਆ। ਜਿੱਦਾਂ ਮੇਰਾ ਨਾਮ ਆ ਗੁਰਪ੍ਰੀਤ, ਗ ਦੀ ਆਵਾਜ਼ ਹੁੰਦੀ ਹੈ ਨਾ। ਗਲੋਬ, ਗੇਜ਼, ਗੋ ਲਿਖਿਆ ਹੋਇਆ, ਗਮ, ਕਿੰਨੇ ਸਾਰੇ ਵਰਡਸ ਲਿਖੇ ਹੋਏ ਨਾ। ਜਦੋਂ ਇਹ ਸੌਫਟ ਸਾਊਂਡ ਦਿੰਦੀ ਆ, ਉਹ ਕਦੋਂ ਦਿੰਦੀ ਆ? ਜਦੋਂ ਜੀ ਤੋਂ ਬਾਅਦ EI ਜਾਂ Y ਲੱਗਿਆ ਹੋਵੇ, ਠੀਕ ਹੈ। ਇਹ ਸੀ ਦੀ ਤਰ੍ਹਾਂ ਹੀ ਆ, ਸੀ ਕ ਦੀ ਸਾਊਂਡ ਦਿੰਦੀ ਆ, ਪਰ ਜਦੋਂ ਉਹਦੇ ਨਾਲ I, E ਜਾਂ Y ਲੱਗ ਜਾਂਦਾ ਤਾਂ ਸ ਦੀ ਸਾਊਂਡ ਦਿੰਦੀ ਹੈ ਨਾ, ਜਿੱਦਾਂ ਸਾਈਕਲ 'ਚ। ਉਸੇ ਤਰੀਕੇ ਨਾਲ ਜੀ ਦੇ ਨਾਲ ਜਦੋਂ ਇਹ ਤਿੰਨੋਂ ਬਾਲਸ ਲੱਗ ਜਾਂਦੇ ਨੇ ਤਾਂ ਉਹ ਕਾਹਦੀ ਸਾਊਂਡ ਕਰਨ ਲੱਗ ਜਾਂਦੀ ਆ? ਜੀ, ਠੀਕ ਆ। ਜਿਬਰਾਨ, ਜ ਦੀ ਆਵਾਜ਼, ਜਿਵੇਂ ਨੂੰ ਪੰਜਾਬੀ 'ਚ ਕਹੀਏ ਜ ਦੀ ਆਵਾਜ਼ ਸਾਊਂਡ। ਹੁਣ ਮੈਜਿਕ ਨਾ, ਰੀਜ਼ਨ, ਇੰਜਨ, ਮਾਰਜਨ, ਪੇਜ, ਜਨਰੇਸ਼ਨ, ਕਿੰਨੇ ਸਾਰੇ ਵਰਡਸ ਦਿੱਤੇ ਹੋਏ ਨੇ ਬੇਟਾ। ਸੋ ਆਈ ਹੋਪ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ ਆ। ਜਿਨ੍ਹਾਂ ਨੂੰ ਪਤਾ ਸੀ ਵੈਲ ਐਂਡ ਗੁੱਡ, ਜਿਨ੍ਹਾਂ ਨਹੀਂ ਪਤਾ ਸੀ, ਜਿਨ੍ਹਾਂ ਲਈ ਨਵੀਂ ਆ, ਉਹ ਇਸ ਗੱਲ ਨੂੰ ਲੜ ਗੱਠਦੇ ਲੈਣ। ਚਲੋ ਜੀ, ਹੁਣ ਆਪਾਂ ਦੇਖਦੇ ਹਾਂ ਫਰੈਂਡਸ ਦੀ। ਦੇਖੋ ਆਹ ਇੱਕ ਬੜਾ ਸੋਹਣੀ ਗੱਲ ਆ। ਅਸੀਂ ਮੈਂ ਤਾਂ ਕਰਦੀ ਹੁੰਦੀ ਸੀ ਇੱਦਾਂ, ਮੇਬੀ ਤੁਸੀਂ ਵੀ ਇੱਦਾਂ ਕਰਦੇ ਹੋਵੋ, ਹੈ ਨਾ, ਕਿ ਅਸੀਂ ਟੀਚਰਸ ਲਿਖਿਆ ਤਾਂ ਉਹਦੇ ਹਰ ਇੱਕ ਅੱਖਰ ਦਾ ਅਸੀਂ ਆਪਦੇ ਵੱਲੋਂ ਬਣਾ ਲੈਂਦੇ ਸੀ ਮੀਨਿੰਗ ਆਪਦੇ ਫਰੈਂਡਸ ਦਾ। ਸੋ ਇੱਥੇ ਫਰੈਂਡਸ ਨੂੰ ਡਿਫਾਈਨ ਕੀਤਾ ਗਿਆ, ਫਾਈਟ ਫॉर ਯੂ, ਰਿਸਪੈਕਟ ਫॉर ਯੂ, ਇਨਕਲੂਡ ਯੂ, ਇਨਕਰੇਜ ਯੂ, ਨੀਡ ਯੂ, ਡਿਜ਼ਰਵਸ ਯੂ, ਸਟੈਂਡ ਬਾਈ ਯੂ। ਮਤਲਬ ਕਿ ਫਰੈਂਡ ਕੌਣ ਆ? ਜਿਹੜਾ ਤੁਹਾਡੇ ਲਈ ਲੜਦਾ, ਤੁਹਾਡੀ ਰਿਸਪੈਕਟ ਕਰਦਾ, ਤੁਹਾਨੂੰ ਨਾਲ ਲੈ ਕੇ ਚੱਲਦਾ, ਹੌਸਲਾ ਦਿੰਦਾ, ਤੁਹਾਡੇ ਜ਼ਰੂਰਤਾਂ 'ਚ ਤੁਹਾਡੇ ਨਾਲ ਖੜਦਾ, ਔਖੇ ਸਮੇਂ 'ਚ ਤੁਹਾਡੇ ਨਾਲ ਖੜਦਾ। ਇੱਦਾਂ ਫਰੈਂਡ ਨੂੰ ਡਿਫਾਈਨ ਕੀਤਾ ਗਿਆ ਗਾ। ਬਹੁਤ ਵਧੀਆ ਲੱਗਿਆ ਮੈਨੂੰ ਇਹ ਤੁਹਾਡੇ ਨਾਲ, ਇਸ ਲਈ ਸ਼ੇਅਰ ਕੀਤਾ। ਨੈਕਸਟ ਹੁਣ ਆਪਾਂ ਪੋਇਮ ਵੱਲ ਵੱਧਦੇ ਹਾਂ। ਪਹਿਲਾਂ ਉਹਦਾ ਮਾਈਂਡ ਮੈਪ ਦੇਖ ਲਈਏ। ਮਾਈਂਡ ਮੈਪ ਬਹੁਤ ਈਜ਼ੀ ਵੇ ਆ ਕਿਸੇ ਚੀਜ਼ ਨੂੰ ਲਰਨ ਕਰਨ ਦਾ ਔਰ ਯਾਦ ਰੱਖਣ ਦਾ ਬੇਟਾ। ਸੋ ਦੇਖੋ ਹੁਣ ਇੱਥੇ ਮਾਈਂਡ ਮੈਪ 'ਚ ਕੀ ਹੈ, ਇਹ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ ਗਾ। ਉੱਪਰ ਤੋਂ ਚੱਲ ਪਈਏ, ਰਿਟਨ ਬਾਏ ਖਲੀਲ ਜਿਬਰਾਨ। ਫਰੈਂਡਸ਼ਿਪ ਇਜ਼ ਸਵੀਟ, friend a gift of God, agree or disagree with you,
read our thoughts, share our joys and sorrow, fill our needs, supports us all the time. ਹੁਣ ਇਹ ਦੇਖੋ ਉਹਦੇ 'ਚੋਂ ਆਪਾਂ ਮੇਨ ਗੱਲਾਂ ਕੱਢ ਕੇ ਲਿਖਤੀਆਂ। ਜ਼ਰੂਰੀ ਨਹੀਂ ਕਿ ਤੁਸੀਂ ਇਹੀਓ ਲਿਖਣੀਆਂ ਨੇ, ਤੁਸੀਂ ਕੁਝ ਤੋਂ ਹੋਰ ਪੁਆਇੰਟ ਵੀ ਬਣਾ ਸਕਦੇ ਹੋ, ਨੋ ਡਾਊਟ ਤੁਸੀਂ ਉਹ ਵੀ ਲਿਖ ਸਕਦੇ ਹੋ ਇੱਥੇ। ਠੀਕ ਹੈ ਬੇਟਾ। ਸੋ ਇਹ ਹੋ ਗਿਆ ਮਾਈਂਡ ਮੈਪ, ਤੁਹਾਡੇ ਮਾਈਂਡ ਦੇ ਵਿੱਚ ਹੁਣ ਛਪ ਗਈ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਸਮਰੀ ਵੱਲ। ਹੁਣ ਅਸੀਂ ਪੋਇਮ ਦੀ ਸਮਰੀ ਦੇਖਾਂਗੇ ਅਤੇ ਸਮਝਾਂਗੇ ਕਿ ਪੋਇਮ 'ਚ ਕੀ ਕਿਹਾ ਗਿਆ। ਸੋ ਚੈੱਕ ਦ ਸਮਰੀ। ਅ ਫਰੈਂਡ ਇਜ਼ ਅ ਗਿਫਟ ਆਫ ਗੋਡ। ਜਿਹੜਾ ਫਰੈਂਡ ਆ ਉਹ ਪ੍ਰਮਾਤਮਾ ਦਾ ਕੀ ਆ, ਤੋਹਫਾ ਪ੍ਰਮਾਤਮਾ ਵੱਲੋਂ ਦਿੱਤਾ ਗਿਆ। ਹੀ ਇਜ਼ ਗੋਡਸ ਵੇ ਆਫ ਆਨਸਰਿੰਗ ਯੂਅਰ ਨੀਡਸ। ਇਹ ਪ੍ਰਮਾਤਮਾ ਦਾ ਢੰਗ ਆ ਤੁਹਾਡੀਆਂ ਜਿਹੜੀਆਂ ਨੀਡਸ ਨੇ, ਜ਼ਰੂਰਤਾਂ ਨੇ, ਉਹਨਾਂ ਦਾ ਜਵਾਬ ਦੇਣ ਦਾ, ਕਿ ਉਹਨੇ ਤੁਹਾਨੂੰ ਇੱਕ ਦੋਸਤ ਦੇਤਾ। ਵੀ ਨਰਿਸ਼ ਅ ਬਾਉਂਡ ਆਫ ਫਰੈਂਡਸ਼ਿਪ ਵਿਦ ਲਵ ਐਂਡ ਇਨ ਰਿਟਰਨ ਵੀ ਗੈਟ ਗ੍ਰੈਟੀਟਿਊਡ ਔਰ ਥੈਂਕ ਗਿਵਿੰਗ। ਕਹਿੰਦੇ ਅਸੀਂ ਜਿਹੜਾ ਫਰੈਂਡਸ਼ਿਪ ਦਾ ਬਾਉਂਡ ਆ ਉਹਨੂੰ ਕਿੱਦਾਂ, ਉਹਦਾ ਪਾਲਣ ਪੋਸ਼ਣ ਨਰਿਸ਼ ਕਿੱਦਾਂ ਕਰਦੇ ਹਾਂ, ਉਹਨੂੰ ਪਿਆਰ ਦੇ ਨਾਲ, ਅਤੇ ਬਦਲੇ ਵਿੱਚ ਸਾਨੂੰ ਕੀ ਮਿਲਦਾ, ਧੰਨਵਾਦ ਅਤੇ ਪਿਆਰ ਵਾਪਸ ਮਿਲਦਾ। A friend acts like a boat that provides strong support in all times। ਜਿਹੜਾ ਇੱਕ ਦੋਸਤ ਆ ਉਹ ਸਾਡੇ ਲਈ ਇੱਕ ਬੋਟ ਦਾ ਕੰਮ ਕਰਦਾ, ਜਿਹੜਾ ਸਾਰੇ ਸਮਿਆਂ ਦੇ ਵਿੱਚ ਸਾਡਾ ਸਪੋਰਟ ਸਿਸਟਮ ਬਣਿਆ ਰਹਿੰਦਾ, ਚਾਹੇ ਔਖਾ ਸਮਾਂ ਚਾਹੇ ਸੌਖਾ ਸਮਾਂ। He is like a fireside that provides us warmth in cold or turbulent times। ਕਹਿੰਦੇ ਉਹ ਇੱਕ ਫਾਇਰ ਸਾਈਡ ਮੀਨਸ ਜਿੱਥੇ ਅੱਗ ਜਲਦੀ ਆ, ਉਹ ਸਪੇਸ ਜਿਹੜੀ ਸਾਨੂੰ ਨਿੱਘ ਦੇਣ ਲਈ ਅਸੀਂ ਬਾਲਦੇ ਹਾਂ, ਹੈ ਨਾ, ਵੀ ਉਹਦਾ ਕੰਮ ਕਰਦਾ। ਸਰਦੀਆਂ 'ਚ ਸਾਨੂੰ ਨਿੱਘ ਦਿੰਦਾ, ਅਤੇ ਜਿਹੜੇ ਬਹੁਤ ਹੀ ਔਖੇ ਸਮੇਂ ਹੁੰਦੇ ਨੇ ਉਹਨਾਂ 'ਚ ਵੀ ਸਾਨੂੰ ਦੋਸਤੀ ਦਾ ਨਿੱਘ ਮਾਨਣ ਨੂੰ ਮਿਲਦਾ, ਮੀਨਸ ਸਾਨੂੰ ਸੰਭਾਲਦਾ ਹੈ। ਵਨ ਡਜ਼ ਨਾਟ ਫੀਅਰ ਟੂ ਸੇ ਨੋ ਔਰ ਯੈਸ ਟੂ ਅ ਫਰੈਂਡ। ਜਦੋਂ ਅਸੀਂ ਸੱਚੀ ਮਿੱਤਰਤਾ ਹੁੰਦੀ ਆ ਤਾਂ ਸਾਨੂੰ ਕਿਸੇ ਵੀ ਗੱਲ ਲਈ ਯੈਸ ਜਾਂ ਨੋ ਕਹਿਣ ਲਈ ਸੋਚਣਾ ਨਹੀਂ ਪੈਂਦਾ, ਡਰ ਨਹੀਂ ਹੁੰਦਾ ਕਿ ਮੈਂ ਨੋ ਕਹਿਤਾ ਤਾਂ ਇਹ ਨਾਰਾਜ਼ ਹੋ ਜਾਊਗਾ, ਹੈ ਨਾ। ਅਸੀਂ ਖੁੱਲ੍ਹੇ ਦਿਲ ਨਾਲ ਅਗਰ ਯੈਸ ਕਹਿਣ ਵਾਲੀ ਗੱਲ ਆ ਤਾਂ ਯੈਸ ਕਹਿੰਦੇ ਹਾਂ, ਨੋ ਕਹਿਣ ਵਾਲੀ ਗੱਲ ਆ ਤਾਂ ਨੋ ਕਹਿੰਦੇ ਹਾਂ। ਸੋ ਵਨ ਕੈਨ ਆਈਦਰ ਐਗਰੀ ਔਰ ਡਿਸਐਗਰੀ ਵਿਦ ਫਰੈਂਡ ਵਿਦਾਊਟ ਐਨੀ ਫੀਅਰ ਆਫ ਅਪਸੈਟਿੰਗ ਦੈਮ। ਅਸੀਂ ਕਿਸੇ ਵੀ, ਉਹ ਕੋਈ ਪ੍ਰਪੋਜ਼ਲ ਲੈ ਕੇ ਸਾਡੇ ਕੋਲ ਆਉਂਦਾ, ਕੋਈ ਗੱਲ ਲੈ ਕੇ ਆਉਂਦਾ, ਅਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਹਾਂ ਅਗਰ ਸਹਿਮਤ ਹੋਣ ਵਾਲੀ ਆ। ਅਗਰ ਨਹੀਂ ਸਹਿਮਤ ਹੋਣ ਵਾਲੀ ਤਾਂ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੁੰਦੇ। ਸਾਨੂੰ ਇਹ ਡਰ ਨਹੀਂ ਹੁੰਦਾ ਵੀ ਹੁਣ ਇਹਦੇ ਨਾਲ ਇਹ ਉਦਾਸ ਹੋ ਜੂ ਜਾਂ ਮੇਰੇ ਨਾਲ ਦੋਸਤੀ ਟੁੱਟ ਜੂ। ਟਰੂ ਫਰੈਂਡਸ਼ਿਪ ਇਹੀ ਹੁੰਦੀ ਆ। ਅ ਫਰੈਂਡ ਵਿਲ ਬੀ ਏਬਲ ਟੂ ਰੀਡ ਆਵਰ ਥਾਟਸ ਈਵਨ ਇਫ ਵੀ ਡੂ ਨਾਟ ਐਕਸਪ੍ਰੈਸ ਦੈਮ। ਜਿਹੜਾ ਸਾਡਾ ਸੱਚਾ ਦੋਸਤ ਹੋਊਗਾ ਉਹ ਸਾਡੀ ਜਿਹੜੇ ਥਾਟਸ ਨੇ ਉਹਨਾਂ ਨੂੰ ਉਦੋਂ ਵੀ ਪੜ੍ਹ ਲੂ, ਚਾਹੇ ਅਸੀਂ ਬੋਲ ਕੇ ਨਾ ਦੱਸੀਏ, ਉਹਨੂੰ ਐਕਸਪ੍ਰੈਸ ਨਾ ਕਰੀਏ, ਫਿਰ ਵੀ ਉਹਨੂੰ ਪਤਾ ਹੋਊ ਕਿ ਸਾਡੇ ਮਨ ਦੇ ਵਿੱਚ ਕੀ ਚੱਲਦਾ, ਅਸੀਂ ਕੀ ਫੀਲ ਕਰ ਰਹੇ ਹਾਂ। ਵੀ ਕੈਨ ਸ਼ੇਅਰ ਆਵਰ ਜੋਇਸ ਐਂਡ ਸੋਰੋਜ਼ ਵਿਦ ਦੈਮ। ਅਸੀਂ ਆਪਦੀਆਂ ਸਾਰੀਆਂ ਖੁਸ਼ੀਆਂ ਦੁੱਖ ਉਹਦੇ ਨਾਲ ਸਾਂਝੇ ਕਰਦੇ ਹਾਂ। ਦਿਸ ਰਿਫਰੈਸ਼ਿਸ ਆਵਰ ਹਾਰਟ ਲਾਈਕ ਦ ਮੋਰਨਿੰਗ ਡਿਊ। ਇਹ ਚੀਜ਼ਾਂ ਜਿਹੜੀਆਂ ਅਸੀਂ ਆਪਣਾ ਦਿਲ ਖੋਲ੍ਹ ਕੇ ਉਹਦੇ ਨਾਲ ਗੱਲਾਂ ਕਰਦੇ ਹਾਂ, ਆਪਦੇ ਦੁੱਖ ਸੁੱਖ ਸਾਂਝੇ ਕਰਦੇ ਹਾਂ, ਸਾਨੂੰ ਕੀ ਕਰ ਦਿੰਦਾ, ਜਿਵੇਂ ਸਵੇਰ ਦੀ ਤਰੇਲ ਪਈ ਹੁੰਦੀ ਹੈ, ਇੱਕ ਫਰੈਸ਼ ਲੁੱਕ ਦਿੰਦੀ ਆ, ਇਹ ਸਾਡੇ ਦਿਲ ਨੂੰ ਫਰੈਸ਼ ਲੁੱਕ ਦਿੰਦਾ, ਹੈ ਨਾ, ਫਰੈਸ਼ ਫੀਲ ਕਰਵਾਉਂਦਾ। ਦ ਪੋਇਟ ਯੂਜ਼ ਐਨ ਐਕਸੀਲੈਂਟ ਇਮੈਜਨਰੀ ਇਨ ਦ ਪੋਇਮ। ਪੋਇਟ ਨੇ ਇਸ ਪੋਇਮ ਦੇ ਵਿੱਚ ਬਹੁਤ ਖੂਬਸੂਰਤ ਇਮੈਜਨਰੀ, ਮਤਲਬ ਐਕਸੀਲੈਂਟ, ਬਹੁਤ ਵਧੀਆ ਅਦਭੁਤ ਇਮੈਜਨਰੀ ਯੂਜ਼ ਕੀਤੀ ਆ। ਸੋ ਇਹ ਹੋ ਗਈ ਤੁਹਾਡੀ ਸਮਰੀ, ਸਾਰੀ ਪੋਇਮ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ। ਜਿਹੜੀ ਅਸੀਂ ਇਹ ਸਾਡੀ ਬੁੱਕ ਦੇ ਵਿੱਚ ਪੋਇਮਸ ਹੁੰਦੀਆਂ ਨੇ ਜਾਂ ਲੈਸਨਸ ਹੁੰਦੇ ਨੇ, ਉਹਨਾਂ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ ਉਹਨਾਂ ਨੂੰ ਕੋਈ ਐਗਜ਼ਾਮ ਦੇ ਵਿੱਚ ਮਾਰਕਸ ਲੈਣ ਲਈ ਹੀ ਪੜ੍ਹਨਾ ਹੁੰਦਾ। ਅਸੀਂ ਉਹਨਾਂ ਤੋਂ ਕੁਛ ਸਿੱਖਣਾ ਹੁੰਦਾ, ਉਹ ਕੁਛ ਸਿਖਾਉਣ ਲਈ ਸਾਨੂੰ ਲਾਈਆਂ ਹੁੰਦੀਆਂ ਨੇ, ਹੈ ਨਾ। ਸੋ ਇੱਥੇ ਅਸੀਂ ਅਸਲੀ ਮਿੱਤਰਤਾ ਸਿੱਖਣੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਜਿਹਦੇ ਵੀ ਮਿੱਤਰ ਹੋ ਅਸਲੀ ਮਿੱਤਰ ਬਣ ਕੇ ਦਿਖਾਉਣਾ। ਹੁਣ ਅੱਗੇ ਸੋ ਸਮਰੀ ਰੀਡ ਕਰਨ ਤੋਂ ਬਾਅਦ ਹੁਣ ਅਸੀਂ ਕੁਝ ਕੋਟੇਸ਼ਨਸ ਦੇਖਦੇ ਹਾਂ। ਆਈ ਕਲਾਈਮ ਐਵਰੀ ਮਾਊਂਟੇਨ ਵਿਦ ਦ ਲਿਟਲ ਹੈਲਪ ਫਰੋਮ ਮਾਈ ਫਰੈਂਡਸ। ਕੀ ਭਾਵ ਹੈ ਇਹਦਾ? ਕਹਿੰਦੇ ਮੈਂ ਕੋਈ ਵੀ ਪਹਾੜ ਚੜ੍ਹ ਸਕਦਾ ਆਪਣੇ ਦੋਸਤਾਂ ਦੀ ਥੋੜ੍ਹੀ ਜਿਹੀ ਮਦਦ ਦੇ ਨਾਲ। ਓਕੇ, ਨੈਕਸਟ ਵਨ, ਬੈਸਟ ਫਰੈਂਡਸ ਮੇਕ ਦ ਗੁੱਡ ਟਾਈਮਸ ਬੈਟਰ ਐਂਡ ਦ ਹਾਰਡ ਟਾਈਮਸ ਈਜ਼ੀਅਰ। ਜਿਹੜੇ ਚੰਗੇ ਦੋਸਤ ਹੁੰਦੇ ਨੇ, ਬੈਸਟ ਫਰੈਂਡਸ ਹੁੰਦੇ ਨੇ, ਉਹ ਜਿਹੜਾ ਸਾਡਾ ਚੰਗਾ ਸਮਾਂ ਹੁੰਦਾ ਉਹਨੂੰ ਹੋਰ ਚੰਗਾ ਬਣਾ ਦਿੰਦੇ ਨੇ, ਜਿਹੜਾ ਸਾਡਾ ਔਖਾ ਸਮਾਂ ਹੁੰਦਾ ਉਹਨੂੰ ਸੌਖਾ ਬਣਾ ਦਿੰਦੇ ਨੇ। ਹਾਂਜੀ, ਨੈਕਸਟ ਵਨ ਹੈ, ਲੱਕੀ ਆਰ ਦੋਜ਼ ਹੂ ਫਾਈਂਡ ਅ ਟਰੂ ਲੋਇਲ ਫਰੈਂਡ ਇਨ ਦਿਸ ਫੇਕ ਵਰਲਡ। ਉਹ ਬਹੁਤ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਇਸ ਜਿਹੜਾ ਦਿਖਾਵੇ ਦਾ ਸੰਸਾਰ ਵਿੱਚ ਅਸਲੀ ਫਰੈਂਡ ਮਿਲ ਜਾਂਦਾ। ਨੈਕਸਟ ਵਨ ਹੈ, ਗੁੱਡ friends help you to find important things when you have lost them।
ਜਿਹੜੇ ਚੰਗੇ ਦੋਸਤ ਹੁੰਦੇ ਨੇ ਉਹ ਤੁਹਾਡਾ ਉਹਨਾਂ ਚੀਜ਼ਾਂ ਨੂੰ ਲੱਭਣ ਦੇ ਵਿੱਚ ਮਦਦ ਕਰਦੇ ਨੇ ਜਿਹੜੀਆਂ ਤੁਹਾਡੇ ਤੋਂ ਖੋ ਚੁੱਕੀਆਂ ਹੁੰਦੀਆਂ ਨੇ, ਲਾਈਕ ਯੂਰ ਸਮਾਈਲ, ਯੂਰ ਹੋਪ ਐਂਡ ਯੂਰ ਕਰੇਜ। ਕਿਹੜੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ? ਤੁਹਾਡਾ ਹਾਸਾ ਖੋ ਗਿਆ, ਤੁਸੀਂ ਦੁਖੀ ਹੋ, ਤੁਹਾਡੀ ਜਿਹੜੀ ਆਸ ਆ ਖੋ ਗਈ, ਨਿਰਾਸ਼ ਹੋ ਤੁਸੀਂ, ਤੁਹਾਡਾ ਕਰੇਜ ਆ ਜਿਹੜਾ ਤੁਹਾਡਾ ਖੋ ਗਿਆ, ਉਹਨਾਂ ਨੂੰ ਲੱਭਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ, ਉਹ ਚੰਗੇ ਫਰੈਂਡ ਹੁੰਦੇ ਨੇ। ਇਹ ਕੋਟੇਸ਼ਨਸ ਦਾ ਇੱਥੇ ਮੈਂ ਤਾਂ ਜ਼ਿਕਰ ਕੀਤਾ, ਪੋਇਮ ਨਾਲ ਰਿਲੇਟਡ ਨੇ। ਅਤੇ ਸੈਕਿੰਡ ਵਨ, ਜਿੱਦਾਂ ਹੁਣ ਕੰਪੀਟੀਸ਼ਨਸ ਹੁੰਦੇ ਰਹਿੰਦੇ ਨੇ, ਤੁਸੀਂ ਪਾਰਟੀਸਪੇਟ ਕਰਦੇ ਹੋ, ਤਾਂ ਉੱਥੇ ਇੱਦਾਂ ਦੀਆਂ ਕੋਟੇਸ਼ਨਸ ਨੂੰ ਯੂਜ਼ ਕਰਿਆ ਕਰੋ ਬੇਟਾ, ਠੀਕ ਹੈ। ਸੋ ਹੁਣ ਆਪਾਂ ਵੱਧਦੇ ਹਾਂ ਸਟੈਂਜ਼ਾਸ ਵੱਲ। ਸਮਰੀ ਕਰ ਲਈ, ਮਾਈਂਡ ਮੈਪ ਕਰ ਲਿਆ ਅਸੀਂ, ਹੈ ਨਾ। ਅਤੇ ਹੁਣ ਅੱਗੇ ਆ ਗਈ ਗੱਲ ਸਟੈਂਜ਼ਾਸ ਦੀ ਕੰਪਰੀਹੈਂਡ ਕਰਨ ਦੀ। ਸੋ ਫਸਟ ਦੇਖੋ, ਆਪਾਂ ਫਸਟ ਸਟੈਂਜਾ ਰੀਡ ਕਰਦੇ ਹਾਂ। ਐਂਡ ਆ ਯੂਥ ਸੈਡ ਸਪੀਕ ਟੂ ਅਸ ਆਫ ਫਰੈਂਡਸ਼ਿਪ। ਜਿੱਦਾਂ ਕਿ ਅਸੀਂ ਗੱਲ ਕੀਤੀ ਹੈ, ਦਾ ਪ੍ਰੋਂਪਟ ਬੁੱਕ ਦੇ ਵਿੱਚੋਂ ਲਿਆ ਗਿਆ, ਠੀਕ ਆ। ਇੱਥੇ ਇੱਕ ਪਹਿਲੀ ਲਾਈਨ ਦਾ ਮਤਲਬ ਇੱਕ ਨੌਜਵਾਨ ਆ ਜਿਹੜਾ ਉਹ ਮਿੱਤਰਤਾ ਬਾਰੇ ਜਾਣਨਾ ਚਾਹੁੰਦਾ, ਉਹ ਕਹਿੰਦਾ ਸਾਨੂੰ ਮਿੱਤਰਤਾ ਬਾਰੇ ਕੁਝ ਦੱਸੋ। ਯੂਅਰ ਫਰੈਂਡ ਇਜ਼ ਯੂਅਰ ਨੀਡਸ ਆਨਸਰ, ਹੀ ਇਜ਼ ਯੂਅਰ ਫੀਲਡ ਵਿਚ ਯੂ ਸੋ ਵਿਦ ਲਵ ਐਂਡ ਰੀਪ ਵਿਦ ਥੈਂਕ ਗਿਵਿੰਗ। ਹੁਣ ਜਿਹੜਾ ਪ੍ਰੋਂਪਟ ਕਹਿ ਲਓ, ਚਾਹੇ ਜਿਹੜਾ ਪੋਇਟ ਆ ਉਹ ਕਹਿ ਲਓ, ਵੀ ਉਹਦਾ ਆਨਸਰ ਦਿੰਦਾ ਫਰੈਂਡਸ਼ਿਪ ਬਾਰੇ। ਅਤੇ ਕੀ ਕਹਿ ਰਿਹਾ? ਕਹਿੰਦਾ ਜਿਹੜਾ ਤੁਹਾਡਾ ਦੋਸਤ ਆ ਉਹ ਤੁਹਾਡੀਆਂ ਜ਼ਰੂਰਤਾਂ ਦਾ ਜਾਂ ਨੀਡਸ ਦਾ ਆਨਸਰ ਆ, ਜਵਾਬ ਆ। ਪਰਮਾਤਮਾ ਨੇ ਤੁਹਾਨੂੰ ਤੁਹਾਡੀ ਨੀਡਸ ਦੇ ਅਕੋਰਡਿੰਗ ਤੁਹਾਨੂੰ ਫਰੈਂਡਸ ਦਿੱਤੇ ਆ। ਅਤੇ ਉਹ ਇਸ ਤਰ੍ਹਾਂ ਦਾ ਖੇਤ ਨੇ ਤੁਹਾਡੇ ਦੋਸਤ, ਜਿੱਥੇ ਤੁਸੀਂ ਪਿਆਰ ਬੀਜਦੇ ਹੋ ਅਤੇ ਬਦਲੇ ਦੇ ਵਿੱਚ ਧੰਨਵਾਦ ਸਹਿਤ ਪਿਆਰ ਵਾਪਸ ਰਿਸੀਵ ਕਰਦੇ ਹੋ, ਰੀਪ ਵੱਢਦੇ ਹੋ ਜਾਂ ਫਸਲ ਨੂੰ ਆਪਾਂ ਇੱਥੇ ਰੀਪ ਅਤੇ ਫੀਲਡ ਦੀ ਗੱਲ ਕੀਤੀ ਹੈ ਨਾ। ਓਕੇ, ਨੈਕਸਟ ਵਨ, ਐਂਡ ਹੀ ਇਜ਼ ਯੂਅਰ ਵੋਰਡ ਐਂਡ ਯੂਅਰ ਫਾਇਰਸਾਈਡ। ਉਹ ਤੁਹਾਡੇ ਲਈ ਉਹ ਬੋਰਡ ਵੀ ਆ ਜਿਹੜਾ ਤੁਹਾਨੂੰ ਸਪੋਰਟ ਕਰਦਾ, ਅਤੇ ਤੁਹਾਡੇ ਲਈ ਉਹ ਫਾਇਰ ਸਾਈਡ ਵੀ ਆ। ਫੋਰ ਯੂ ਕਮ ਟੂ ਹਿਮ ਵਿਦ ਯੂਅਰ ਹੰਗਰ ਐਂਡ ਯੂ ਸੀਕ ਹਿਮ ਫੋਰ ਪੀਸ। ਕਹਿੰਦੇ ਹੁਣ ਇੱਥੇ ਹੰਗਰ ਦਾ ਮਤਲਬ ਉਹ ਭੁੱਖ ਨਹੀਂ ਹੈਗੀ ਜਿਹੜੀ ਰੋਟੀ ਵਾਲੀ, ਠੀਕ ਹੈ। ਕਹਿੰਦੇ ਉਹ ਜਦੋਂ ਤੁਸੀਂ ਉਹਦੇ ਕੋਲ ਜਾਂਦੇ ਹੋ, ਜਦੋਂ ਤੁਹਾਨੂੰ ਜ਼ਰੂਰਤ ਆ, ਤੁਹਾਡੀ ਹੰਗਰ ਇੱਥੇ ਸੰਕੇਤਕ ਵਰਡ ਹੈ ਵੀ ਤੁਹਾਨੂੰ ਜਾਂ ਪੀਸ ਦੀ ਜ਼ਰੂਰਤ ਆ, ਜਾਂ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੀ ਤੁਹਾਡੀ ਸਪਿਰਿਚੁਅਲ ਕਹਿ ਲਓ ਚਾਹੇ ਨੀਡ ਆ, ਉਸ ਸਮੇਂ ਜਿਹੜਾ ਤੁਹਾਡਾ ਦੋਸਤ ਆ ਤੁਹਾਡੀ ਉਸ ਹੰਗਰ ਨੂੰ ਮਿਟਾਉਂਦਾ ਗਾ, ਫੁਲਫਿਲ ਕਰਦਾ ਅਤੇ ਤੁਹਾਨੂੰ ਸ਼ਾਂਤੀ ਦਿੰਦਾ। ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ ਯੂ ਫੀਅਰ ਨਾਟ ਦ ਨਹੀਂ ਇਨ ਯੂਅਰ ਓਨ ਮਾਈਂਡ ਔਰ ਨੋਰ ਡੂ ਯੂ ਵਿਦਹੋਲਡ ਦਾ ਏ। ਇੱਥੇ ਦਾ ਕੀ ਮਤਲਬ ਹੈ ਬੇਟਾ? ਇਹ ਸਮਝਣ ਦੀ ਗੱਲ ਹੈ ਕਿ ਜਿਹੜਾ ਤੁਹਾਡਾ ਮਿੱਤਰ ਆ ਉਹ ਤੁਹਾਡੇ ਲਈ ਹਮੇਸ਼ਾ ਹੀ ਕੀ ਕਰਦਾ ਗਾ, ਇੱਕ ਹਮਦਰਦੀ ਭਰਿਆ ਮਿੱਤਰਤਾ ਵਾਲਾ, ਜਾਂ ਆਪਾਂ ਕਹਿੰਦੇ ਸਹਾਇਕ ਜਾਂ ਮਦਦਗਾਰ ਬਣ ਕੇ ਆਉਂਦਾ। ਉੱਥੇ ਜਦੋਂ ਤੁਸੀਂ ਉਹਦੇ ਕੋਲ ਜਾਂਦੇ ਹੋ ਜਾਂ ਉਹ ਤੁਹਾਨੂੰ ਆਪਦੀ ਕੋਈ ਦਿਲ ਦੀ ਗੱਲ ਦੱਸਦਾ ਬੋਲ ਕੇ, ਤਾਂ ਸਾਨੂੰ ਕੋਈ ਡਰ ਨਹੀਂ ਲੱਗਦਾ ਵੀ ਅਸੀਂ ਕਿਸੇ ਚੀਜ਼ ਲਈ ਨਾ ਕਹਿ ਦਈਏ, ਜਿਵੇਂ ਆਪਾਂ ਸਮਰੀ 'ਚ ਗੱਲ ਕੀਤੀ ਆ, ਜਾਂ ਹਾਂ ਕਹਿ ਦਈਏ। ਜੇ ਹਾਂ ਵਾਲੀ ਗੱਲ ਆ ਤਾਂ ਅਸੀਂ ਹਾਂ ਕਹਿ ਦਿੰਦੇ ਹਾਂ, ਬਿਨਾਂ ਕਿਸੇ ਡਰ ਦੇ। ਨਾ ਵਾਲੀ ਗੱਲ ਆ ਤਾਂ ਅਸੀਂ ਨਾ ਕਹਿ ਦਿੰਦੇ ਹਾਂ। ਸੋ ਸਾਨੂੰ ਉੱਥੇ ਮਿੱਤਰਤਾ ਦੇ ਖੁੱਸਣ ਦਾ ਡਰ ਨਹੀਂ ਹੁੰਦਾ। ਸੋ ਇਹ ਸੀਗਾ ਤੁਹਾਡਾ ਫਸਟ ਸਟੈਂਜਾ। ਹੁਣ ਇਹਦੇ ਨਾਲ ਰਿਲੇਟਡ ਆਪਾਂ ਕੁਐਸਚਨਸ ਦੇਖਦੇ ਹਾਂ। ਨੇਮ ਦਾ ਪੋਇਮ ਐਂਡ ਦਾ ਪੋਇਟ ਅਸੀਂ ਪਹਿਲਾਂ ਹੀ ਕਰ ਲਿਆ, ਖਲੀਲ ਜਿਬਰਾਨ, ਅਤੇ ਪੋਇਮ ਹੈ ਔਨ ਫਰੈਂਡਸ਼ਿਪ। ਸੈਕਿੰਡ ਕੁਐਸਚਨ ਆ, ਵਾਟ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਦੈਟ ਵੀ ਕੈਨ ਗਿਵ ਟੂ ਆਵਰ ਫਰੈਂਡ। ਸਾਰਿਆਂ ਨੂੰ ਇੰਪੋਰਟੈਂਟ ਚੀਜ਼ ਕੀ ਹੈ ਜਿਹੜੀ ਅਸੀਂ ਆਪਦੇ ਫਰੈਂਡ ਨੂੰ ਦੇ ਸਕਦੇ ਹਾਂ? ਇਟ ਇਜ਼ ਲਵ। ਜਾਂ ਤੁਸੀਂ ਇਹਨੂੰ ਕੀ ਕਰ ਸਕਦੇ ਹੋ, ਇਕੱਲਾ ਲਵ ਲਿਖ ਕੇ ਵੀ, ਲਵ ਲਿਖ ਕੇ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ ਦੈਟ ਵੀ ਕੈਨ ਗਿਵ ਟੂ ਆਵਰ ਫਰੈਂਡ, ਇੱਦਾਂ ਵੀ ਲਿਖ ਸਕਦੇ ਹੋ, ਠੀਕ ਹੈ ਬੇਟਾ। ਤਾਂ ਜ਼ਿਆਦਾ ਇੰਪਰੈਸਿਵ ਲੱਗੂ, ਪੂਰੀ ਫੁੱਲ ਸੈਂਟੈਂਸ ਹੋ ਗਿਆ ਹੈ ਨਾ। ਨੈਕਸਟ ਵਨ ਹੈ, ਵਾਈ ਡੂ ਵੀ ਸੀਕ ਹਿਮ। ਓਕੇ, ਵੀ ਸੀਕ ਹਿਮ ਫੋਰ ਪੀਸ। ਆਪਾਂ ਹੁਣੇ ਉੱਪਰ ਕਰਕੇ ਗਏ ਹਾਂ, ਅਸੀਂ ਸ਼ਾਂਤੀ ਲਈ ਆਪਣੇ ਦੋਸਤ ਨੂੰ ਲੱਭਦੇ ਹਾਂ, ਅਸੀਂ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਹਾਂ ਉਹਦੇ ਕੋਲ ਜਾ ਕੇ, ਆਪਦਾ ਦਿਲ ਖੋਲ੍ਹ ਕੇ ਗੱਲਾਂ ਕਰਕੇ। ਹਾਊ ਇਜ਼ ਆਵਰ ਫਰੈਂਡ ਆਵਰ ਫਾਇਰ ਸਾਈਡ। ਜਿਹੜੇ ਸਾਡੇ ਦੋਸਤ ਨੇ ਉਹ ਸਾਡੀ ਫਾਇਰ ਸਾਈਡ ਕਿੱਦਾਂ ਨੇ? ਆਨਸਰ ਕੀ ਹੈ? ਹੀ ਇਜ਼ ਆਵਰ ਫਾਇਰ ਸਾਈਡ ਐਜ਼ ਹੀ ਹੈਲਪਸ ਅਸ ਇਨ ਆਵਰ ਡਿਫੀਕਲਟ ਟਾਈਮਸ। ਸੌਰੀ, ਹਾਂਜੀ, ਉਹ ਫਾਇਰ ਸਾਈਡ ਸਾਡੀ ਕਿੱਦਾਂ ਕਿ ਉਹ ਸਾਡੇ ਜਿਹੜੇ ਔਖੇ ਟਾਈਮਾਂ ਦੇ ਵਿੱਚ ਸਾਡੀ ਹੈਲਪ ਕਰਦਾ। ਮੀਨਸ ਸਾਨੂੰ ਸਰਦੀ 'ਚ, ਜਿਵੇਂ ਉਹਦੇ 'ਚ ਪਹਿਲਾਂ ਆਪਾਂ ਸਮਰੀ 'ਚ ਕੀਤਾ ਵੀ ਸਰਦੀ 'ਚ ਨਿੱਘ ਦਿੰਦਾ ਹੈ ਨਾ, ਉਹਦਾ ਮਤਲਬ ਵੀ ਇਹੀ ਹੈ ਜਦੋਂ ਸਾਡਾ ਔਖਾ ਟਾਈਮ ਆ, ਅਸੀਂ ਕਿਸੇ ਡਿਫੀਕਲਟੀ 'ਚ ਉਹ ਸਾਡੀ ਅੱਗੇ ਹੋ ਕੇ ਹੈਲਪ ਕਰਦਾ ਗਾ ਬੇਟਾ। ਸੋ ਇਹ ਹੋ ਗਿਆ। ਨੈਕਸਟ ਕੁਝ ਹੋਰ ਕੁਐਸਚਨ ਇਹਦੇ ਨਾਲ ਰਿਲੇਟਡ। ਵਾਟ ਡੂ ਵੀ ਅਰਨ ਇਨ ਰਿਟਰਨ ਵੈਨ ਵੀ ਸ਼ਾਵਰ ਆਵਰ ਫਰੈਂਡ ਵਿਦ ਲਵ। ਜਦੋਂ ਅਸੀਂ ਆਪਣੇ ਦੋਸਤ 'ਤੇ ਪਿਆਰ ਲਟਾਉਂਦੇ ਹਾਂ ਤਾਂ ਵਾਪਸ ਸਾਨੂੰ ਕੀ ਮਿਲਦਾ? ਇਹ ਕੁਐਸਚਨ ਹੈ, ਕੀ ਵਾਪਸ ਮਿਲਦਾ? ਲਵ ਹੀ ਮਿਲਦਾ ਹੈ ਨਾ, ਆਪਾਂ ਪਹਿਲਾਂ ਪੜ੍ਹਿਆ। ਹਾਂ, ਓਕੇ, ਹੁਣ ਇਹਨੂੰ ਦੇਖੋ ਕੁਐਸਚਨ ਨੂੰ ਕਿੱਦਾਂ ਚੱਕਾਂਗੇ ਅਸੀਂ।
ਵੈਨ ਵੀ ਸ਼ਾਵਰ ਆਵਰ ਫਰੈਂਡ ਵਿਦ ਲਵ, ਇਹ ਸਾਰਾ ਕੁਐਸਚਨ 'ਚੋਂ ਹੀ ਲਿਆ ਆਪਿਆ। ਫਿਰ ਅਸੀਂ ਕੀ ਲਿਖਿਆ, ਹੀ ਆਲਸੋ ਰਿਸਪੌਂਡਸ, ਉਹ ਵੀ ਸਾਨੂੰ ਬਦਲੇ ਦੇ ਵਿੱਚ ਕੀ ਦਿੰਦਾ, ਪਿਆਰ ਹੀ ਦਿੰਦਾ। ਓਕੇ, ਨੈਕਸਟ ਆ ਗਿਵ ਦ ਫਿਗਰ ਆਫ ਸਪੀਚ ਇਨ ਦ ਲਾਈਨ। ਆਹ ਲਾਈਨ ਦਿੱਤੀ ਆ ਸਾਨੂੰ, ਇਹ ਦੱਸਣਾ ਕਿਹੜੀ ਫਿਗਰ ਆਫ ਸਪੀਚ ਵਰਤੀ ਗਈ ਹੈ। ਹੀ ਇਜ਼ ਅ ਫੀਲਡ ਵਿਚ ਯੂ ਸੋ ਵਿਦ ਲਵ, ਫੀਲਡ ਖੇਤ ਦੀ ਗੱਲ ਕੀਤੀ ਗਈ ਹੈ ਨਾ, ਜਿੱਥੇ ਅਸੀਂ ਬੀਜਦੇ। ਹੁਣ ਉੱਥੇ ਖੇਤ, ਦੋਸਤ ਖੇਤ ਥੋੜ੍ਹੀ ਆ ਨਾ ਕੋਈ, ਇਹ ਮੈਟਾਫੋਰ ਵਰਤਿਆ ਗਿਆ ਬੇਟਾ। ਹੁਣ ਆਨਸਰ ਕਿੱਦਾਂ ਲਿਖਾਂਗੇ, ਦ ਫਿਗਰ ਆਫ ਸਪੀਚ ਯੂਜ਼ਡ ਐਜ਼ ਅ ਮੈਟਾਫੋਰ, ਹੋ ਗਿਆ। ਹੁਣ ਸੈਕਿੰਡ ਸਟੈਂਜੇ ਵੱਲ ਚੱਲਦੇ ਆ। ਦੇਖੋ ਸੈਕਿੰਡ ਸਟੈਂਜੇ ਦੇ ਵਿੱਚ ਕੀ ਕਿਹਾ ਗਿਆ, ਐਂਡ ਵੈਨ ਹੀ ਇਜ਼ ਸਾਇਲੈਂਟ ਅਵਰ ਹਾਰਟ ਚੀਜ਼ ਨਾਟ ਟੂ ਲਿਸਨ ਟੂ ਹਿਜ਼ ਹਾਰਟ। ਕਹਿੰਦੇ ਜਦੋਂ ਸਾਡਾ ਮਿੱਤਰ ਆ ਜਿਹੜਾ ਖਾਮੋਸ਼ ਹੋਵੇ, ਕੁਝ ਵੀ ਨਹੀਂ ਬੋਲ ਰਿਹਾ, ਸਾਈਲੈਂਟ ਹੋਵੇ, ਹੈ ਨਾ, ਇੱਥੇ ਸਾਈਲੈਂਟ ਦੀ ਗੱਲ ਕੀਤੀ ਵੀ ਸਾਈਲੈਂਟ ਹੋਵੇ, ਉਦੋਂ ਵੀ ਜਿਹੜਾ ਸਾਡਾ ਦਿਲ ਆ, ਉਹਦੇ ਦਿਲ ਦੀ ਜਿਹੜੀ ਗੱਲ ਆ ਉਹ ਸੁਣ ਲੈਂਦਾ। ਫੋਰ ਵਿਦਾਊਟ ਵਰਡਸ ਇਨ ਫਰੈਂਡਸ਼ਿਪ ਆਲ ਥਾਟਸ ਆਲ ਡਿਜ਼ਾਇਰਸ ਆਲ expectations are born and shared with joy that is unacclaimed। ਹੁਣ ਇਹਦਾ ਕੀ ਮਤਲਬ ਆ, ਕਹਿੰਦੇ ਫੋਰ ਵਿਦਾਊਟ, ਬਿਨਾਂ ਸ਼ਬਦਾਂ ਦੇ, ਵਿਦਾਊਟ ਵਰਡਸ, ਬਿਨਾਂ ਸ਼ਬਦਾਂ ਦੇ ਜਿਹੜੇ ਦੋਸਤੀ ਆ, ਉਹਦੇ ਵਿੱਚ ਸਾਰੇ ਜਿਹੜੇ ਤੁਹਾਡੀ ਥੋਟਸ ਨੇ, ਵਿਚਾਰ ਨੇ, ਇੱਛਾਵਾਂ ਨੇ, ਡਿਜ਼ਾਇਰ, ਉਮੀਦਾਂ ਨੇ ਉਹ ਤੋਂ, ਹੈ ਨਾ, ਜਾਂ ਆਪਾਂ ਕੀ ਕਹਿ ਸਕਦੇ ਹਾਂ ਇਹਨੂੰ ਹੋਰ ਵਰਡ, ਆਸ਼ਾਵਾਂ ਨੇ, ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਠੀਕ ਆ, ਜਿਹੜੀਆਂ ਪੈਦਾ ਹੁੰਦੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਖੁਸ਼ੀਆਂ ਨੇ, ਠੀਕ ਆ, ਉਹ ਜ਼ਾਹਰ ਕੀਤੀਆਂ ਜਾਂਦੀਆਂ ਨੇ। ਠੀਕ ਆ, ਸਾਂਝੀਆਂ ਵੰਡੀਆਂ ਜਾਂਦੀਆਂ ਨੇ, ਕਹਿਣ ਦਾ ਭਾਵ। ਵੈਨ ਯੂ ਅਪਾਰਟ ਫਰੋਮ ਯੋਰ ਫਰੈਂਡ ਯੂ ਗਰੀਵ ਨਾਟ। ਅਪਾਰਟ ਫਰੋਮ ਦਾ ਮਤਲਬ ਦੂਰ ਹੋ ਜਾਂਦੇ ਹੋ, ਜਦੋਂ ਤੁਸੀਂ ਆਪਣੇ ਦੋਸਤ ਤੋਂ ਦੂਰ ਹੋ ਜਾਂਦੇ ਹੋ, ਵਿਛੜਦੇ ਹੋ, ਤਾਂ ਅਸੀਂ ਉਦਾਸ ਜਾਂ ਦੁਖੀ ਨਹੀਂ ਹੁੰਦੇ। ਉੱਥੇ ਇਹ ਗੱਲ ਕਹੀ ਗਈ ਆ, ਕਿਉਂ ਨਹੀਂ ਦੁਖੀ ਹੁੰਦੇ, ਹੁਣ ਇਹ ਦੇਖਣ ਦੀ ਗੱਲ ਆ। ਫੋਰ that which you love most in him may be clear in his absence, as the mountain to the climber is clearer from the plain। ਇਹ ਵੀ ਫਿਗਰ ਆਫ ਸਪੀਚ ਆ। ਦੇਖੋ ਹੁਣ ਅੱਗੇ ਕੀ ਗੱਲ ਕਰ ਰਹੇ ਆ, ਉਹ ਕਹਿੰਦੇ ਕਿਉਂ ਨਹੀਂ ਅਸੀਂ ਦੁਖੀ ਹੁੰਦੇ, ਕਿਉਂਕਿ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਕਹਿਣ ਦਾ ਭਾਵ ਜਦੋਂ ਉਹ ਗੈਰ ਹਾਜ਼ਰ ਹੁੰਦਾ ਤਾਂ ਅਸੀਂ ਉਹਦੇ ਗੁਣਾਂ ਨੂੰ ਯਾਦ ਕਰਦੇ ਹਾਂ। ਠੀਕ ਆ, ਦੁਖੀ ਨਹੀਂ ਹੁੰਦੇ ਅਸੀਂ, ਜਿਹੜੇ ਗੁਣਾਂ ਕਰਕੇ ਅਸੀਂ ਉਹਨੂੰ ਪਿਆਰ ਕਰਦੇ ਹਾਂ ਉਹਨਾਂ ਗੁਣਾਂ ਨੂੰ ਹੀ ਅਸੀਂ ਫਿਰ ਯਾਦ ਕਰਦੇ ਹਾਂ। ਜਿੱਦਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਜਿਹੜਾ ਪਹਾੜ ਚੜ੍ਹਨ ਵਾਲਾ ਗਾ ਬੰਦਾ, ਹੈ ਨਾ, ਉਹ ਕੀ ਕਰਦਾ, ਜਦੋਂ ਪਹਾੜ ਚੜ੍ਹ ਰਿਹਾ ਉਸ ਟਾਈਮ ਉਹਨੂੰ ਉਹਦਾ ਪੂਰਾ ਦ੍ਰਿਸ਼ ਨਹੀਂ ਦਿਖਦਾ, ਜਿੰਨਾ ਉਹਨੂੰ ਕਲੀਅਰ ਮੈਦਾਨ ਤੋਂ ਖੜ੍ਹੇ ਹੋ ਕੇ ਪਹਾੜ ਦਿਖਦਾ ਗਾ, ਹੈ ਨਾ, ਸੋ ਸਾਫ਼ ਦਿਖਾਈ ਦਿੰਦਾ। ਇੱਥੇ ਇਹਦਾ ਮਤਲਬ ਇਹ ਆ। ਸੌਰੀ, ਹੁਣ ਆਪਾਂ ਚੱਲਦੇ ਹਾਂ ਇਹਦੇ ਕੁਐਸਚਨਸ ਵੱਲ। ਪਹਿਲਾ ਫਿਰ ਉਹੀ ਆ, ਪੋਇਟ ਦਾ ਨਾਮ ਅਤੇ ਪੋਇਮ ਦਾ ਨਾਮ ਅਸੀਂ ਆਲਰੇਡੀ ਕਰ ਲਿਆ। When does our heart not choose ease to listen to our friend? Okay, when ਇਹ ਕੀ ਆ ਗਿਆ, even when your friend is silent। ਕਹਿੰਦੇ ਅਸੀਂ ਕਦੋਂ ਸੁਣ ਸਕਦੇ ਹਾਂ ਆਪਦੇ ਦੋਸਤ ਦੀਆਂ ਦਿਲ ਦੀਆਂ ਗੱਲਾਂ ਨੂੰ, ਜਦੋਂ ਉਹ ਬੋਲ ਨਹੀਂ ਵੀ ਰਿਹਾ ਹੁੰਦਾ ਉਦੋਂ ਵੀ ਸੁਣ ਲੈਂਦੇ ਹਾਂ ਅਸੀਂ, ਹੈ ਨਾ। ਸੋ ਇੱਦਾਂ ਵੀ ਲਿਖ ਸਕਦੇ ਹੋ, ਤਾਂ ਇੱਥੋਂ ਵੀ ਲਿਖ ਸਕਦੇ ਹੋ। ਫਸਟ ਲਾਈਨ ਵਿੱਚ ਆ ਕੇ ਆਹ ਸਾਰੀ ਫਸਟ ਲਾਈਨ ਜਿਹੜੀ ਦਿੱਤੀ ਵੀ ਉਹ ਵੀ ਲਿਖ ਸਕਦੇ ਹੋ ਆਨਸਰ ਇਹਦਾ। ਹਾਊ ਆਰ ਆਵਰ ਥਾਟਸ ਐਂਡ ਡਿਜ਼ਾਇਰਸ ਸ਼ੇਅਰਡ। ਜਿਹੜੀਆਂ ਸਾਡੀਆਂ ਥਾਟਸ ਐਂਡ ਡਿਜ਼ਾਇਰਸ ਨੇ ਕਿੱਦਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ, ਵਿਦਾਊਟ ਵਰਡਸ, ਹੈ ਨਾ। ਇਹਦੇ ਲਈ ਵੀ ਤੁਸੀਂ ਦੇਖੋ ਵਿਦਾਊਟ ਵਰਡ ਵਾਲੀ ਸੈਕਿੰਡ ਲਾਈਨ ਪਈ ਆ, ਅਤੇ ਸੈਕਿੰਡ ਥਰਡ ਲਾਈਨ ਤੱਕ ਤੁਸੀਂ ਇਹਦਾ ਆਨਸਰ, ਜੇ ਤੁਹਾਨੂੰ ਉੱਥੋਂ ਉੱਦਾਂ ਨਹੀਂ ਆਉਂਦਾ ਤਾਂ ਤੁਸੀਂ ਇੱਥੋਂ ਦੋਨੋਂ ਲਾਈਨਾਂ ਚੇਪ ਸਕਦੇ ਆ। ਫੋਰਥ ਵਨ, ਵਾਈ ਸ਼ੁੱਡ ਵੀ ਨਾਟ ਗਰੀਵ ਦ ਪਾਰਟਿੰਗ ਫਰੋਮ ਆਵਰ ਫਰੈਂਡ। ਅਸੀਂ ਜਦੋਂ ਸਾਡੇ ਦੋਸਤ ਤੋਂ ਵੱਖ ਹੁੰਦੇ ਹਾਂ ਤਾਂ ਦੁਖੀ ਕਿਉਂ ਨਹੀਂ ਹੁੰਦੀ। ਐਜ਼ ਹਿਜ਼ ਐਬਸੈਂਸ ਵੁੱਡ ਓਨਲੀ ਇਨਹੈਂਸ ਹਿਜ਼ ਕੁਆਲਿਟੀਜ਼। ਕਿਉਂਕਿ ਜਿਹੜੀ ਉਹਦੀ ਗੈਰ ਹਾਜ਼ਰੀ ਆ ਉਹ ਸਾਨੂੰ ਦੁੱਖ ਕਿਉਂ ਨਹੀਂ ਦਿੰਦੀ, ਕਿ ਜਿਹੜੇ ਗੁਣਾਂ ਕਰਕੇ ਅਸੀਂ ਉਹਨੂੰ ਪਿਆਰ ਕਰਦੇ ਹਾਂ ਉਹ ਹੋਰ ਉੱਭਰ ਕੇ ਉਹਨਾਂ ਸਮਿਆਂ 'ਚ ਵੱਧ ਸਾਹਮਣੇ ਆਉਂਦੇ ਨੇ, ਅਸੀਂ ਜ਼ਿਆਦਾ ਉਹਨੂੰ ਫੀਲ ਕਰਦੇ ਆ ਬਿਕਾਜ਼ ਆਫ ਦੈਟ, ਹੈ ਨਾ। ਸੋ ਇਹ ਹੋ ਗਏ ਕੁਐਸਚਨ। ਹੁਣ ਅੱਗੇ ਆ ਗਏ ਅਸੀਂ ਸਟੈਂਜਾ ਨੰਬਰ 3 ਵੱਲ। ਲਓ ਜੀ, ਹੁਣ ਆਪਾਂ ਇਹਨੂੰ ਪੜ੍ਹਦੇ ਹਾਂ। ਐਂਡ ਲੈਟ ਦੇਅਰ be no purpose in friendship save the deepening of the spirit। ਓਕੇ, ਹੁਣ ਇਹਦਾ ਕੀ ਮਤਲਬ ਆ, ਪਰਪਜ਼ ਕੀ ਹੁੰਦਾ, ਉਦੇਸ਼, ਹੈ ਨਾ। ਕਹਿੰਦੇ ਮਿੱਤਰਤਾ ਦਾ ਪ੍ਰਯੋਜਨ ਕੀ ਆ। ਠੀਕ ਆ, ਮੈਤਰੀ ਭਾਵ ਵਾਲੇ ਦੋ ਮਨੁੱਖਾਂ ਦੇ, ਜਿਹਦੇ ਵਿੱਚ ਮਤਲਬ ਦੋ ਬੰਦਿਆਂ 'ਚ ਫਰੈਂਡਸ਼ਿਪ ਆ, ਉਹ ਆਤਮਾ ਤੱਕ, ਡੂੰਘਾਈ ਤੱਕ ਜਾ ਕੇ ਆਪਾਂ ਕਹਿ ਲਾ ਵੀ ਉਸ ਨੂੰ ਫੀਲ ਕਰਨਾ ਹੁੰਦਾ ਗਾ, ਨਾ ਕਿ ਕੋਈ ਹੋਰ ਉਹਦਾ ਪਰਪਜ਼ ਹੋਵੇ। ਫਿਰ ਫੋਰ ਲਵ ਦੈਟ ਸੀਕਸ what
the disclosure of its own mystery is not love. ਓਕੇ, ਹੁਣ ਇਸ ਦਾ ਕੀ ਮੀਨਿੰਗ ਆ, ਅਸੀਂ ਇਸ ਨੂੰ ਸਮਝ ਲਈਏ। Here the poet talks about the important features of friendship. Like, ਉਹ ਕਹਿ ਰਿਹਾ ਵੀ ਉਸ ਮਿੱਤਰਤਾ ਨੂੰ ਮਿੱਤਰਤਾ ਨਹੀਂ ਕਿਹਾ ਜਾ ਸਕਦਾ ਜਿਹੜੀ ਸਿਰਫ ਪਿਆਰ ਨੂੰ ਛੱਡ ਕੇ ਉਹਦੇ ਵਿੱਚੋਂ ਕੁਝ ਹੋਰ ਲੱਭਣਾ ਚਾਹੁੰਦੀ ਹੈ ਨਾ, ਓਨ ਮਿਸਟਰੀ ਤੋਂ ਇਲਾਵਾ, ਪਿਆਰ ਤੋਂ ਇਲਾਵਾ ਹੋਰ ਕੁਝ ਫਾਈਂਡ ਆਊਟ ਕਰਦੀ ਹੈ। ਫਿਰ ਅਗਲੀ ਲਾਈਨ 'ਚ ਕੀ ਕਹਿ ਰਹੇ ਨੇ, ਵਾਟ ਆ ਨੈਟ ਕਾਸਟ ਫੋਰਥ ਐਂਡ ਓਨਲੀ ਦਾ ਅਨਪ੍ਰੋਫਿਟੇਬਲ ਇਜ਼ ਸਕਾਊਟ। ਕਹਿੰਦੇ ਜੇ ਉਹ ਪਿਆਰ ਤੋਂ ਇਲਾਵਾ ਕੁਝ ਹੋਰ ਲੱਭ ਰਹੀ ਆ ਤਾਂ ਫਿਰ ਉਹ ਕੀ ਆ ਵੀ ਇੱਕ ਤਰੀਕੇ ਨਾਲ ਉਹ ਤਾਂ ਮਿੱਤਰਤਾ ਦਾ ਜਾਲ ਹੀ ਸੁੱਟ ਰਿਹਾ, ਆਪਦੇ ਫਾਇਦੇ ਲਈ ਉਸ ਮਿੱਤਰਤਾ ਨੂੰ ਯੂਜ਼ ਕਰ ਰਿਹਾ, ਅਤੇ ਉਹਦੇ ਵਿੱਚੋਂ ਕੁਝ ਵੀ ਅਨਪ੍ਰੋਫਿਟੇਬਲ ਮੀਨਸ ਕਿ ਕੋਈ ਵੀ ਕੀਮਤੀ ਚੀਜ਼, ਫਾਇਦੇ ਵਾਲੀ ਚੀਜ਼ ਨਹੀਂ ਉਹਦੇ 'ਚੋਂ ਲੱਭਣੀ ਉਹਨੂੰ। ਐਂਡ ਲੈਟ ਯੂਰ ਬੈਸਟ ਵੀ ਫॉर ਯੂਰ ਫਰੈਂਡ, ਅਤੇ ਤੁਸੀਂ ਹਮੇਸ਼ਾ ਆਪਣੇ ਦੋਸਤ ਲਈ ਬਿਹਤਰ ਤੋਂ ਬਿਹਤਰ, ਸਭ ਤੋਂ ਚੰਗੀ ਕੋਸ਼ਿਸ਼ ਕਰਨੀ ਹੈ ਨਾ, ਚੰਗਾ ਲੱਭਣ ਦੀ ਕੋਸ਼ਿਸ਼ ਕਰਨੀ ਹੈ, ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਫ ਹੀ ਮਸਟ ਨੋ ਦਾ ਐਬ ਆਫ ਯੂਰ ਟਾਈਡ। ਹੁਣ ਐਬ ਦਾ ਮਤਲਬ ਆ ਬੇਟਾ ਦਾ ਪੀਰੀਅਡ ਟਾਈਮ ਆਫ ਵੈਨ ਦ ਸੀ ਫਲੋਜ਼ ਅਵੇ ਫਰੋਮ ਦਾ ਲੈਂਡ। ਉਹ ਸਮਾਂ ਜਦੋਂ ਜਿਹੜਾ ਸਮੁੰਦਰ ਆ ਲੈਂਡ ਤੋਂ ਪਰਾਂ ਨੂੰ ਵਹਿ ਰਿਹਾ ਹੈ ਨਾ। ਲੈਟ ਹਿਮ ਨੋ ਅਬਾਊਟ ਇਟਸ ਫਲੱਡ ਆਲਸੋ। ਫਲੱਡ ਹੁੰਦਾ ਹੜ੍ਹ ਆ ਜਾਣੇ ਜਦੋਂ ਸਮੁੰਦਰ ਉਛਲ ਕੇ ਲੈਂਡ ਵੱਲ ਨੂੰ ਆਉਂਦਾ ਹੈ ਨਾ। ਸੋ ਉਹ ਜੇ ਉਹ ਤੁਹਾਡੇ ਪਿਆਰ ਦੀ ਆਪਾਂ ਕਹਾਂਗੇ ਘੱਟ ਡੂੰਘਾਈ ਨੂੰ ਜਾਣਦਾ ਤਾਂ ਉਹਨੂੰ ਫਿਰ ਪਿਆਰ ਦਾ ਸਿਖਰ ਦਾ ਵੀ ਅਹਿਸਾਸ ਹੋਣਾ ਚਾਹੀਦਾ, ਸਿਖਰ ਨੂੰ ਦਾ ਵੀ ਉਹਨੂੰ ਪਤਾ ਹੋਣਾ ਚਾਹੀਦਾ। ਸੋ ਇਹ ਹੋ ਗਿਆ ਤੁਹਾਡਾ ਸਟੈਂਜਾ। ਹੁਣ ਆਪਾਂ ਦੇਖਦੇ ਹਾਂ ਇਹਦੇ ਨਾਲ ਰਿਲੇਟਡ ਕੁਐਸਚਨ। ਫਸਟ ਕੁਐਸਚਨ ਸੇਮ ਆ। ਸੈਕਿੰਡ, ਵਾਟ ਸ਼ੁੱਡ ਬੀ ਦ ਪਰਪਜ਼ ਆਫ ਫਰੈਂਡਸ਼ਿਪ। ਫਰੈਂਡਸ਼ਿਪ ਦਾ ਪਰਪਜ਼ ਕੀ ਹੋ ਸਕਦਾ? ਹੁਣ ਦਾ ਪਰਪਜ਼ ਆਫ ਫਰੈਂਡਸ਼ਿਪ ਇਜ਼ ਸਟਰੈਂਥਨਿੰਗ ਦਾ ਸਪਿਰਿਚੁਅਲ ਬਾਉਂਡ ਬਿਟਵੀਨ ਟੂ ਫਰੈਂਡਸ। ਜਿਹੜਾ ਦੋ ਵਿਅਕਤੀਆਂ ਦੇ ਵਿੱਚ ਮਿੱਤਰਤਾਪੂਰਨ ਸੰਬੰਧ ਆ ਉਹਦੇ ਸਪਿਰਿਚੁਅਲ ਬਾਉਂਡ ਨੂੰ ਕੀ ਆ ਤਕੜਾ ਕਰਨਾ ਹੀ ਮਿੱਤਰਤਾ ਦਾ ਜਿਹੜਾ ਪਰਪਜ਼ ਹੋਣਾ ਚਾਹੀਦਾ ਗਾ। ਠੀਕ ਹੈ। ਬਟ ਸ਼ੁੱਡ ਵੀ ਪ੍ਰਜ਼ਰਵ ਫॉर ਆਵਰ ਫਰੈਂਡ। ਅਸੀਂ ਆਪਦੇ ਫਰੈਂਡ ਲਈ ਕਿਹੜੀ ਚੀਜ਼ ਸਾਨੂੰ ਬਚਾ ਕੇ ਰੱਖਣੀ ਚਾਹੀਦੀ ਹੈ? ਦ ਬੈਸਟ। ਵੀ ਸ਼ੁੱਡ ਪ੍ਰਜ਼ਰਵ ਆਵਰ ਬੈਸਟ ਫॉर ਆਵਰ ਫਰੈਂਡ। ਆਪਦੇ ਫਰੈਂਡ ਲਈ ਹਮੇਸ਼ਾ ਬੈਸਟ ਤੋਂ ਬੈਸਟ ਚੀਜ਼ ਪ੍ਰਜ਼ਰਵ ਕਰਨੀ ਚਾਹੀਦੀ ਹੈ ਸਾਨੂੰ। ਬਟ ਸ਼ੁੱਡ ਅ ਫਰੈਂਡ ਨੋ ਅਬਾਊਟ ਆਵਰ ਲਾਈਫ। ਸਾਡੇ ਦੋਸਤ ਨੂੰ ਸਾਡੀ ਜ਼ਿੰਦਗੀ ਦੇ ਬਾਰੇ ਕੀ ਕੁਝ ਜਾਣਨਾ ਚਾਹੀਦਾ? ਸਭ ਕੁਝ ਹੀ ਹੈ ਨਾ। ਜੇ ਟਰੂ ਫਰੈਂਡ ਹੈ ਤਾਂ ਫਿਰ ਤਾਂ ਕੋਈ ਛੁਪਿਆ ਹੀ ਨਹੀਂ ਹੋਣਾ ਚਾਹੀਦਾ। ਹੀ ਸ਼ੁੱਡ ਨੋ ਆਲ ਅਬਾਊਟ ਦਾ ਹਾਈਜ਼ ਐਂਡ ਲੋਜ਼ ਆਫ ਆਵਰ ਲਾਈਫ। ਸਾਰੀਆਂ ਉਚਾਈਆਂ ਨਿਮਾਈਆਂ, ਔਖੇ ਸੌਖੇ ਸਮੇਂ, ਸਭ ਦੁੱਖ ਸੁੱਖ ਨੂੰ ਪਤਾ ਹੋਣੇ ਚਾਹੀਦੇ ਨੇ। ਸੋ ਇਹ ਸੀਗੇ ਇਸ ਨਾਲ ਰਿਲੇਟਡ ਕੁਐਸਚਨਸ। ਹੁਣ ਆਪਾਂ ਚੱਲਦੇ ਹਾਂ ਸਟੈਂਜਾ ਨੰਬਰ 4 ਵੱਲ ਬੇਟਾ। So let's read. For what is your friend that you should seek him for hours to kill? Seek him always with the hours to live. ਹਾਂਜੀ, ਇਹਦਾ ਕੀ ਮਤਲਬ ਆ? ਕਿਲ ਅਸੀਂ ਟਾਈਮ ਕਿਲ ਕਰਨਾ ਕਹਿੰਦੇ ਹਾਂ ਵੀ ਜਦੋਂ ਸਾਡੇ ਕੋਲ ਬੇਫਾਲਤੂ ਟਾਈਮ ਆ ਅਤੇ ਸਾਡੇ ਕੋਲ ਕਰਨ ਨੂੰ ਕੁਝ ਨਹੀਂ, ਅਸੀਂ ਟਾਈਮ ਕਿਲ ਕਰਦੇ ਹਾਂ ਉਦੋਂ, ਹੈ ਨਾ। ਉਹ ਕਹਿੰਦੇ ਆਪਦੇ ਜਿਹੜਾ ਇਹ ਪੋਇਟ ਕਹਿ ਰਹੇ ਨੇ ਕਿ ਜਿਹੜਾ ਫ੍ਰੀ ਟਾਈਮ ਆ ਉਸ ਨੂੰ ਕਿਲ ਕਰਨ ਲਈ ਹੀ ਤੁਸੀਂ ਆਪਣੇ ਫਰੈਂਡ ਨੂੰ ਨਾ ਲੱਭੋ। ਕਾਹਦੇ ਲਈ ਲੱਭੋ? ਉਹਦੇ ਨਾਲ ਘੰਟਿਆਂ ਬੱਧੀ ਜ਼ਿੰਦਗੀ ਨੂੰ ਜਿਉਣ ਲਈ, ਜ਼ਿੰਦਗੀ ਨੂੰ ਮਾਣਨ ਲਈ ਲੱਭੋ, ਹੈ ਨਾ। ਫੋਰ ਇਟ ਇਜ਼ ਹਿਜ਼ ਟੂ ਫਿਲ ਯੂਅਰ ਨੀਡ ਨਾਟ ਯੂਅਰ ਐਮਪਟੀਨੈਸ। ਹੁਣ ਇਹ ਪੋਇਟ ਕਹਿੰਦੇ ਨੇ ਕਿ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਆ, ਨਾ ਕਿ ਤੁਹਾਡੇ ਖਾਲੀਪਣ ਨੂੰ ਭਰਨ ਲਈ। ਇਹ ਪੋਇਟ ਦੀ ਵਰਡਿੰਗ ਹੈ ਇੱਥੇ। ਪਰ ਅਕੋਰਡਿੰਗ ਟੂ ਮੀ ਉਹ ਖਾਲੀਪਣ ਨੂੰ ਭਰਨ ਲਈ ਵੀ ਤੁਹਾਡਾ ਮਿੱਤਰ ਹੀ। ਹੁਣ ਤੁਸੀਂ ਆਪਦੇ ਖਾਲੀਪਣ ਆ ਜਾਂ ਤੁਹਾਡੇ ਕੋਲ ਹੈ ਨਾ, ਦੋਸਤ ਦੀ ਸੰਗਤ ਵਿੱਚ ਵੈਸੇ ਹੀ ਅਸੀਂ ਜ਼ਿੰਦਗੀ ਇੰਜੋਏ ਕਰਦੇ ਹਾਂ, ਫਿਰ ਟਾਈਮ ਕਿਲ ਕਰਨ ਵਾਲੀ ਗੱਲ ਹੀ ਨਹੀਂ ਰਹਿੰਦੀ। ਨਾਲੇ ਫਿਰ ਜੇ ਸਾਡਾ ਉਹ ਫਰੈਂਡ ਆ ਸਾਰੇ ਟਾਈਮਾਂ 'ਚ ਅਸੀਂ ਉਹਦੇ ਨਾਲ ਆ ਤਾਂ ਫਿਰ ਆਪਦੇ ਐਮਪਟੀਨੈਸ ਵੇਲੇ ਅਸੀਂ ਕਿਹਨੂੰ ਲੱਭਣ ਜਾਵਾਂਗੇ? ਠੀਕ ਹੈ, ਇਹ ਮੇਰੀ ਥਿੰਕਿੰਗ ਆ। ਓਕੇ, ਨੈਕਸਟ ਵਨ। ਇਨ ਦਾ ਸਵੀਟਨੈਸ ਆਫ ਫਰੈਂਡਸ਼ਿਪ ਲੈਟ ਦੇਅਰ ਵੀ ਲਾਫਟਰ ਐਂਡ ਸ਼ੇਅਰਿੰਗ ਆਫ ਪਲੈਜ਼ਰਸ। ਕਹਿੰਦੇ ਮਿੱਤਰਤਾ ਦੀ ਸੰਗਤ ਵਿੱਚ ਜਿਹੜਾ ਮਿਠਾਸ ਦਾ ਅਨੁਭਵ ਹੁੰਦਾ ਗਾ ਜਦੋਂ ਅਸੀਂ ਮਿੱਤਰ ਇਕੱਠੇ ਆ, ਜਿਹੜੀ ਮਿੱਤਰਤਾ ਦੀ ਮਿਠਾਸ ਆ ਉਹ ਸਾਨੂੰ ਹਾਸਾ ਦਿੰਦੀ ਆ, ਖੁਸ਼ੀਆਂ ਦੀਆਂ ਲਹਿਰਾਂ ਆਉਂਦੀਆਂ ਨੇ, ਅਸੀਂ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਫੋਰ ਇਨ ਦਾ ਡਿਊ ਆਫ ਲਿਟਲ ਥਿੰਗਸ ਐਂਡ ਦਾ ਹਾਰਟ ਫਾਈਂਡਸ ਇਟਸ ਮੋਰਨਿੰਗ ਐਂਡ ਇਜ਼ ਰਿਫਰੈਸ਼ਡ। ਹੁਣ ਇਹਦਾ ਕੀ ਮਤਲਬ ਆ? ਜਿਹੜੇ ਸਵੇਰੇ ਤਰੇਲ ਪਈ ਹੁੰਦੀ ਹੈ ਨਾ ਘਾਹ 'ਤੇ, ਉਹ ਇੱਕ ਫਰੈਸ਼ ਲੁੱਕ ਦਿੰਦੀ ਹੈ ਸਾਨੂੰ, ਹੈ ਨਾ, ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ। ਉਸੇ ਤਰੀਕੇ ਨਾਲ ਜਦੋਂ ਅਸੀਂ ਆਪਣੇ ਮਿੱਤਰ ਦੇ ਨਾਲ ਇੱਕ ਮਿਠਾਸ ਅਨੁਭਵ ਕਰਦੇ ਹਾਂ, ਸ਼ੇਅਰ ਕਰਦੇ ਹਾਂ, ਹਾਸੇ ਖੁਸ਼ੀਆਂ ਸ਼ੇਅਰ ਕਰਦੇ ਹਾਂ, ਤਾਂ ਜਿਹੜਾ ਸਾਡਾ ਦਿਲ ਆ ਉਹ ਵੀ ਤਾਜ਼ਗੀ ਦੇ ਨਾਲ ਭਰ ਜਾਂਦਾ, ਫਰੈਸ਼ ਹੋ ਜਾਂਦਾ, ਹੈ ਨਾ। ਸੋ ਇਹ ਸੀ ਤੁਹਾਡਾ 4th ਸਟੈਂਜਾ। ਹੁਣ ਆਪਾਂ ਚੱਲਦੇ ਹਾਂ ਇਹਦੇ ਕੁਐਸਚਨਸ ਵੱਲ।
ਹਾਊ ਸ਼ੁੱਡ ਵੀ ਸੀਕ ਅ ਫਰੈਂਡ, ਉਹ ਕਹਿੰਦੇ ਸਾਨੂੰ ਕਦੋਂ ਫਰੈਂਡ ਨੂੰ ਲੱਭਣਾ ਚਾਹੀਦਾ। ਵੀ ਸ਼ੁੱਡ ਸੀਕ ਹਿਮ ਫॉर ਹੈਵਿੰਗ ਅ ਫਰੂਟਫੁਲ ਟਾਈਮ ਟੂਗੈਦਰ, ਸਾਨੂੰ ਵਧੀਆ ਟਾਈਮ ਸਪੈਂਡ ਕਰਨ ਲਈ ਫਰੂਟਫੁਲ, ਜਿਹ 'ਚ ਕੁਝ ਨਵਾਂ ਸਿੱਖਣ ਨੂੰ ਮਿਲੇ, ਕੋਈ ਆਨੰਦ ਹੋਵੇ, ਉਸ ਲਈ ਦੋਸਤ ਨੂੰ ਲੱਭਣਾ ਚਾਹੀਦਾ। ਵਾਟ ਇਜ਼ ਨਾਟ ਆਵਰ ਫਰੈਂਡਸ ਡਿਊਟੀ ਟੂਵਰਡਸ ਅਸ, ਸਾਡੇ ਫਰੈਂਡ ਦੀ ਸਾਡੇ ਪ੍ਰਤੀ ਕਿਹੜੀ ਚੀਜ਼ ਲਈ ਡਿਊਟੀ ਨਹੀਂ। ਇਟ ਇਜ਼ ਨਾਟ ਹਿਜ਼ ਡਿਊਟੀ ਟੂ ਫਿਲ ਆਵਰ ਐਮਪਟੀਨੈਸ, ਉਹਦੀ ਡਿਊਟੀ ਨਹੀਂ, ਕਵੀ ਕਹਿ ਰਹੇ ਨੇ ਉਹਦੀ ਡਿਊਟੀ ਨਹੀਂ ਕਿ ਸਾਡੇ ਖਾਲੀਪਣ ਨੂੰ ਭਰੇ। ਥਰਡ ਕੁਐਸਚਨ ਆ, ਬਟ ਸ਼ੁੱਡ ਵੀ ਦ ਐਟਮੋਸਫੀਅਰ ਆਫ ਫਰੈਂਡਸ਼ਿਪ, ਫਰੈਂਡਸ਼ਿਪ ਦਾ ਜਿਹੜਾ ਐਟਮੋਸਫੀਅਰ ਵਾਤਾਵਰਨ ਹੁੰਦਾ ਕਿੱਦਾਂ ਦਾ ਹੁੰਦਾ। ਦੇਅਰ ਸ਼ੁੱਡ ਵੀ ਜੁਆਏ ਅਰਾਊਂਡ, ਜਦੋਂ ਦੋਸਤ ਇਕੱਠੇ ਹੋਏ ਹੁੰਦੇ ਨੇ ਫਿਰ ਕੀ ਹੁੰਦਾ, ਚਾਰੇ ਪਾਸੇ ਹਾਸਾ ਖੁਸ਼ੀ ਆਨੰਦ ਬਹਿ ਰਿਹਾ ਹੁੰਦਾ ਹੈ ਨਾ। ਹਾਊ ਡਜ਼ ਦ ਹਾਰਟ ਫਾਈਂਡ ਇਟਸ ਜੁਆਏ, ਦਿਲ ਆ ਜਿਹੜਾ ਆਪਣੀਆਂ ਖੁਸ਼ੀਆਂ ਕਿਵੇਂ ਲੱਭਦਾ ਗਾ। ਦ ਹਾਰਟ ਫਾਈਂਡ ਇਟਸ ਜੁਆਏ ਇਨ ਲਿਟਲ ਥਿੰਗਸ ਆਫ ਹੈਪੀਨੈਸ, ਜਿਹੜਾ ਦਿਲ ਆ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ, ਛੋਟੀ ਛੋਟੀਆਂ ਚੀਜ਼ਾਂ ਦੇ ਵਿੱਚ ਆਪਣੀਆਂ ਖੁਸ਼ੀਆਂ ਲੱਭਦਾ। ਸੋ ਇਹ ਹੋ ਗਿਆ ਤੁਹਾਡਾ 4th ਸਟੈਂਜਾ। ਸੋ ਹੁਣ ਆ ਗਏ ਸੈਂਟਰਲ ਆਈਡੀਆ ਵੱਲ। ਆਪਾਂ ਇੱਕ ਸੈਂਟਰਲ ਆਈਡੀਆ ਤੁਹਾਨੂੰ ਇਹ ਵੀ ਪ੍ਰੋਵਾਈਡ ਕਰਾਏਗਾ। ਦਿਸ ਪੋਇਮ ਟੈਲਜ਼ ਅਸ ਵਾਟ ਰੀਅਲ ਫਰੈਂਡਸ਼ਿਪ ਇਜ਼, ਇਸ ਪੋਇਮ ਸਾਨੂੰ ਦੱਸਦੀ ਆ ਕਿ ਅਸਲੀ ਮਿੱਤਰਤਾ ਕੀ ਹੁੰਦੀ ਆ। ਪੋਇਟ ਸੇਜ਼ ਦੈਟ ਓਨਲੀ ਟਰੂ ਲਵ ਵਾਈਨਸ ਟੂ ਫਰੈਂਡਸ, ਸੱਚਾ ਜਿਹੜਾ ਪਿਆਰ ਆ ਉਹੀ ਦੋ ਦੋਸਤਾਂ ਨੂੰ ਬੰਨ੍ਹ ਕੇ ਰੱਖ ਸਕਦਾ। ਫਰੈਂਡਸ਼ਿਪ ਸ਼ੁੱਡ ਬੀ ਵਿਦਾਊਟ ਐਨੀ ਮੋਟਿਵ, ਮਿੱਤਰਤਾ ਜਿਹੜੀ ਬਿਨਾਂ ਕਿਸੇ ਪਰਪਸ ਦੇ ਕੀਤੀ ਜਾਣੀ ਚਾਹੀਦੀ ਹੈ, ਲਾਭ ਲਈ ਨਹੀਂ ਕਰਨੀ। ਵੀ ਗਿਵ ਲਵ ਟੂ ਆਵਰ ਫਰੈਂਡ ਐਂਡ ਰਿਸੀਵ ਲਵ ਫॉर ਐਂਡ ਥੈਂਕ ਗਿਵਿੰਗ ਇਨ ਰਿਟਰਨ, ਅਸੀਂ ਆਪਣੇ ਦੋਸਤ ਨੂੰ ਪਿਆਰ ਦੇਣਾ, ਬਦਲੇ ਦੇ ਵਿੱਚ ਧੰਨਵਾਦ ਸਹਿਤ ਪਿਆਰ ਮਿਲੂਗਾ। ਫਰੈਂਡ ਫਾਈਂਡ ਜੋਏ ਇਨ ਸਮਾਲ ਥਿੰਗਸ, ਫਰੈਂਡਸ ਨੇ ਜਿਹੜੇ ਦੋਸਤ ਨੇ ਨਿੱਕੀਆਂ ਨਿੱਕੀਆਂ ਗੱਲਾਂ 'ਚ ਹੀ ਜੋਏ ਲੱਭ ਲੈਂਦੇ ਨੇ, ਖੁਸ਼ੀ ਲੱਭ ਲੈਂਦੇ ਨੇ। ਆ ਟਰੂ ਫਰੈਂਡ ਇਜ਼ ਵਨ ਵਿਦ whom we can share our joys and sorrows, ਅਸਲੀ ਮਿੱਤਰ ਉਹੀ ਆ ਜਿਹਦੇ ਨਾਲ ਅਸੀਂ ਆਪਦੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ। ਇਹ ਵੀ ਮੈਂ ਤੁਹਾਡੇ ਨਾਲ ਇੱਥੇ ਤਾਂ ਡਿਸਕਸ ਕੀਤਾ ਕਿ ਤੁਹਾਨੂੰ ਇਹ ਵਾਲਾ ਸੈਂਟਰਲ ਆਈਡੀਆ ਵੀ ਸੈਂਡ ਕੀਤਾ ਗਿਆ ਹੋ। ਆਹ ਮੈਂ ਲਿਖਵਾਇਆ ਹੋਇਆ ਬੱਚਿਆਂ ਨੂੰ, ਜਿਹੜਾ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਇੱਥੇ। ਉੱਤੇ ਲਿਖੋ ਤੁਸੀਂ ਧਿਆਨ ਨਾਲ ਵੱਡਾ ਵੱਡਾ ਕਰਕੇ, ਔਨ ਫਰੈਂਡਸ਼ਿਪ। ਰਾਈਟਰ ਦਾ ਨਾਮ ਲਿਖਾਂਗੇ ਖਲੀਲ ਜਿਬਰਾਨ। ਅੱਗੇ ਲਿਖਾਂਗੇ ਦਿਸ ਇਜ਼ ਅ ਬਿਊਟੀਫੁਲ ਪੋਇਮ, ਇਟ ਇਜ਼ ਰਿਟਨ ਬਾਏ ਖਲੀਲ ਜਿਬਰਾਨ। ਇਟ ਗਿਵਸ ਅਸ ਅ ਵੈਰੀ ਗੁੱਡ ਜਾਂ ਵੈਰੀ ਪਾਵਰਫੁਲ ਮੈਸੇਜ ਜਾਂ ਮੀਨਿੰਗਫੁਲ ਮੈਸੇਜ। ਗੁੱਡ, ਪਾਵਰਫੁਲ ਔਰ ਮੀਨਿੰਗਫੁਲ, ਤਿੰਨਾਂ 'ਚੋਂ ਜਿਹੜਾ ਮਰਜ਼ੀ ਵਰਡ ਯੂਜ਼ ਕਰ ਸਕਦੇ ਹੋ। ਔਰ ਇਹ ਤਿੰਨੋਂ ਹੁੱਕ ਲਾਈਨਸ ਨੇ ਬੇਟਾ, ਹਰ ਇੱਕ ਪੋਇਮ 'ਚ ਯੂਜ਼ ਹੋਣੀਆਂ ਨੇ। ਹੁਣ ਅੱਗੇ ਚੱਲਦੇ ਹਾਂ। ਦ ਪੋਇਮ ਬੇਸਡ ਔਨ ਦ ਆਈਡੀਆ ਦੈਟ ਅ ਫਰੈਂਡ ਇਜ਼ ਅ ਗੋਡਸ ਗਿਫਟ ਟੂ ਅਸ, ਪੋਇਮ ਇਸ ਆਈਡੀਆ 'ਤੇ ਬੇਸਡ ਹੈ ਕਿ ਜਿਹੜਾ ਫਰੈਂਡ ਆ ਉਹ ਪਰਮਾਤਮਾ ਦਾ ਤੋਹਫਾ ਸਾਨੂੰ। ਅ ਫਰੈਂਡ ਸਪੋਰਟਸ ਅਸ ਟੂ ਐਟ ਆਲ ਟਾਈਮਸ, ਜਿਹੜਾ ਦੋਸਤ ਆ ਸਾਨੂੰ ਹਰ ਸਮੇਂ, ਸਾਰੇ ਸਮਿਆਂ ਦੇ ਵਿੱਚ ਸਾਨੂੰ ਸਪੋਰਟ ਕਰਦਾ। ਹੀ ਕੈਨ ਰੀਡ ਆਵਰ ਥਾਟਸ ਈਵਨ ਇਫ ਵੀ ਡੂ ਨਾਟ ਐਕਸਪ੍ਰੈਸ ਦੈਮ, ਉਹ ਸਾਡੀਆਂ ਥਾਟਸ ਨੂੰ, ਵਿਚਾਰਾਂ ਨੂੰ ਉਦੋਂ ਵੀ ਪੜ੍ਹ ਲੈਂਦਾ ਜਦੋਂ ਅਸੀਂ ਉਹਨਾਂ ਨੂੰ ਐਕਸਪ੍ਰੈਸ ਨਹੀਂ ਕਰਦੇ। ਅ ਫਰੈਂਡ ਕੈਨ ਸ਼ੇਅਰ ਆਵਰ ਜੋਇਸ ਐਂਡ ਸੋਰੋਜ਼, ਦੋਸਤ ਆ ਸਾਡੀਆਂ ਖੁਸ਼ੀਆਂ ਵੀ ਵੰਡਦਾ, ਸਾਡੇ ਨਾਲ ਦੁੱਖ ਵੀ ਵੰਡਦਾ। ਵੀ ਕੈਨ ਓਪਨ ਆਵਰ ਹਾਰਟ ਟੂ ਅ ਫਰੈਂਡ, ਅਸੀਂ ਆਪਦਾ ਦਿਲ ਖੋਲ੍ਹ ਸਕਦੇ ਹਾਂ ਕਿਹਦੇ ਕੋਲੇ, ਆਪਦੇ ਦੋਸਤ ਦੇ ਕੋਲੇ। ਦ ਸਵੀਟਨੈਸ ਆਫ ਫਰੈਂਡਸ਼ਿਪ ਮੇਕ ਅਸ ਹੈਪੀ, ਜਿਹੜੀ ਮਿੱਤਰਤਾ ਦੀ ਮਿਠਾਸ ਆ ਉਹ ਸਾਨੂੰ ਕੀ ਕਰ ਦਿੰਦੀ ਹੈ, ਖੁਸ਼ ਕਰ ਦਿੰਦੀ ਹੈ, ਬਾਗੋ ਬਾਗ ਕਰ ਦਿੰਦੀ ਹੈ। ਸੋ ਇਹ ਹੋ ਗਿਆ। ਅਤੇ ਲਾਸਟ ਹੁੱਕ ਲਾਈਨ ਅਸੀਂ ਕੀ ਯੂਜ਼ ਕਰਦੇ ਹਾਂ, ਦ ਪੋਇਮ ਟਚਿਜ਼ ਦ ਕੋਰ ਆਫ ਮਾਈ ਹਾਰਟ। ਸੋ ਇਹ ਹੋ ਗਿਆ ਸੈਂਟਰਲ ਆਈਡੀਆ। ਮੇਰੇ ਖਿਆਲ 'ਚ ਇਹ ਤੁਹਾਨੂੰ ਕਰ ਲੈਣਾ ਚਾਹੀਦਾ, ਜ਼ਿਆਦਾ ਇਜ਼ੀ ਆ ਔਰ ਥੋੜ੍ਹਾ ਲੈਂਥੀ ਵੀ ਲੱਗਦਾ ਹੈ ਨਾ, ਕਿ ਜੇ 4 ਨੰਬਰ ਲੈਣੇ ਨੇ ਤਾਂ ਥੋੜ੍ਹਾ ਜਿਹਾ ਲੰਮਾ ਤਾਂ ਚਾਹੀਦਾ ਹੈ ਨਾ। ਸੋ ਦੈਟਸ ਆਲ ਬੇਟਾ। ਸਾਰੀ ਪੋਇਮ ਆਪਾਂ ਇੱਕ ਵੀਡੀਓ ਦੇ ਵਿੱਚ, ਲੰਬੀ ਜ਼ਰੂਰ ਹੋ ਗਈ ਵੀਡੀਓ ਬਟ ਕਵਰ ਹੋ ਗਿਆ ਐਵਰੀਥਿੰਗ ਇਸ ਪੋਇਮ ਨਾਲ ਰਿਲੇਟਡ। ਆਬਜੈਕਟਿਵ ਟਾਈਪ ਕੁਐਸਚਨਸ ਉਹ ਆਪਾਂ ਫਿਰ ਕਿਸੇ ਦਿਨ ਡਿਸਕਸ ਕਰਾਂਗੇ। ਸੋ enjoy your friendship. Always remember, a friend in need is a friend indeed. ਮਿੱਤਰ ਉਹੀ ਜੋ ਮੁਸ਼ਕਲ ਵੇਲੇ ਜਾਂ ਜ਼ਰੂਰਤ ਵੇਲੇ ਕੰਮ ਆਏ। ਸੋ ਬਾਏ ਫॉर ਨਾउ ਬੇਟਾ।